ਕਿਰਪਾ ਪ੍ਰਭ ਦੀ। ਤੋਂ ਗੁਰੂ ਜੀ ਸੇਵਾ ਲੈ ਰਹੇ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਤਹਿ ਭਜ ਮਨਾ, ਭਉ ਨਿਧ ਉਤਰੈ ਪਾਰ। ਸਾਨੂੰ ਗੁਰੂ ਜੀ ਇਸ ਸ਼ਬਦ ਵਿੱਚ, ਇਸ ਸ਼ਲੋਕ ਵਿੱਚ ਕੀ ਸਮਝਾਉਣਾ ਕਰਦੇ ਹੈ? ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਗੁਰੂ ਜੀ ਕਹਿੰਦੇ ਐ ਮਨੁੱਖ, ਉਹ ਪਰਮਾਤਮਾ, ਉਹ ਪ੍ਰਭੂ ਹਰ ਘਟ ਵਿੱਚ, ਹਰ ਹਿਰਦੇ ਵਿੱਚ ਵਸਦਾ ਹੈ। ਰੱਬ ਦੇ ਪਿਆਰੇ ਸੰਤ ਜੋ ਪ੍ਰਭੂ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੇ ਨੇੜੇ ਹੋਏ, ਜਿਨ੍ਹਾਂ ਨੂੰ ਉਹਨਾਂ ਬਾਰੇ ਥੋੜ੍ਹੀ ਬਹੁਤੀ ਸੋਝੀ ਹੋਈ, ਉਹ ਸੰਤ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਹੈ ਕਿ ਉਹ ਹਰ ਘਟ ਵਿੱਚ ਹੈ ਭਾਈ, ਹਰ ਹਿਰਦੇ ਵਿੱਚ ਹੈ। ਜਿਸ ਵੀ ਚੀਜ਼ ਨੂੰ ਉਸਨੇ ਬਣਾਇਆ ਹੈ, ਜੋ ਵੀ ਅਸੀਂ ਇਹਨਾਂ ਅੱਖਾਂ ਨਾਲ ਇੱਥੇ ਵੇਖ ਰਹੇ ਹਾਂ, ਹਰ ਇੱਕ ਚੀਜ਼ ਉਹ ਪ੍ਰਭੂ ਪਰਮਾਤਮਾ ਹਰ ਇੱਕ ਚੀਜ਼ ਵਿੱਚ ਮੌਜੂਦ ਹੈ। ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਸਾਨੂੰ ਵੇਖਣ ਨੂੰ ਮਿਲਦੀ ਜਿਸ ਦੇ ਅੰਦਰ ਉਹ ਪਰਮਾਤਮਾ ਆਪ ਖੁਦ ਨਹੀਂ। ਐ ਭਾਈ, ਐ ਸੰਸਾਰ ਦੇ ਜੀਵੋ, ਉਹ ਪ੍ਰਭੂ ਪਰਮਾਤਮਾ ਹਰ ਇੱਕ ਹਿਰਦੇ ਵਿੱਚ ਵਸ ਰਿਹਾ ਹੈ। ਉਹ ਕਿਹੜਾ ਘਟ ਹੈ ਜਿਸ ਵਿੱਚ ਪਰਮਾਤਮਾ ਨਹੀਂ? ਹੁਣ ਸਾਨੂੰ ਉਦਾਹਰਨ ਦੇ ਤੌਰ ਤੇ ਸਮਝਾਉਂਦੇ ਆ, ਕਹਿੰਦੇ ਭਾਈ ਜਿਵੇਂ ਦੁੱਧ ਦੇ ਵਿੱਚ ਘਿਓ ਹੈ ਤੇ ਲੱਕੜ, ਹਰ ਇੱਕ ਲੱਕੜ ਦੇ ਅੰਦਰ ਅੱਗ ਮੌਜੂਦ ਹੈ, ਹਰ ਇੱਕ ਲੱਕੜ ਦੇ ਅੰਦਰ। ਇਸੇ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਅਕਾਲ ਪੁਰਖ ਹਰ ਹਿਰਦੇ ਦੇ ਵਿੱਚ ਵਸ ਰਿਹਾ ਹੈ, ਹਰ ਘਟ ਦੇ ਵਿੱਚ ਵਸ ਰਿਹਾ ਹੈ। ਕਿਉਂਕਿ ਸੰਤਾਂ ਨੇ ਇਹ ਸਭ ਕੁਝ ਵੇਖਿਆ ਹੈ। ਉਹ ਪ੍ਰਭੂ ਪਰਮਾਤਮਾ ਨੂੰ ਜਪ ਜਪ ਕੇ ਉਸ ਦੇ ਨੇੜੇ ਹੋ ਕੇ ਉਹਨਾਂ ਨੇ ਉਸ ਨੂੰ ਪਾ ਲਿਆ ਭਾਈ, ਉਸ ਨਾਲ ਇੱਕ-ਮਿੱਕ ਹੋ ਗਏ। ਤੇ ਇਹ ਸਾਡੇ ਭਲੇ ਵਾਸਤੇ ਸਾਨੂੰ ਦੱਸ ਰਹੇ ਹੈ, ਸਾਨੂੰ ਸੋਝੀ ਕਰਾ ਰਹੇ ਹੈ। ਐ ਮਨੁੱਖ, ਤੂੰ ਸਮਝ, ਉਹ ਹਰ ਇੱਕ ਘਟ ਵਿੱਚ ਹੈ, ਉਹ ਹਰ ਇੱਕ ਸਰੀਰ ਵਿੱਚ ਹੈ। ਤੂੰ ਜੋ ਵੀ ਅੱਖਾਂ ਨਾਲ ਇਹ ਸੰਸਾਰ ਤੇ ਜੋ ਵੀ ਕੁਛ ਵੇਖ ਰਿਹਾ ਹੈ, ਜੋ ਵੀ ਉਹ ਪ੍ਰਭੂ ਪਰਮਾਤਮਾ ਦੀ ਕੁਦਰਤ ਨੂੰ ਤੂੰ ਤੱਕ ਰਿਹਾ ਹੈ, ਹਰ ਇੱਕ ਚੀਜ਼ ਵਿੱਚ ਉਹ ਅਕਾਲ ਪੁਰਖ, ਉਹ ਰਾਮ ਹਰ ਇੱਕ ਚੀਜ਼ ਵਿੱਚ ਮੌਜੂਦ ਹੈ। ਭਗਤ ਕਬੀਰ ਜੀ ਦਾ ਜਿਵੇਂ ਸ਼ਲੋਕ ਹੈ, ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲੈ ਮੁਕਾਮਾ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਬ੍ਰਹਮਣ ਗਿਆਸ ਕਰੈ ਚੌਬੀਸਾ, ਕਾਜੀ ਮਹਿ ਰਮਜ਼ਾਨਾ। 11 ਮਾਸ ਪਾਸ ਕੈ ਰਾਖੇ, ਏਕੈ ਮਹਿ ਨਿਧਾਨਾ। ਕਹਾਂ ਉਡੀਸੈ ਮੱਜਨ ਕੀਆ, ਮਸਤਕ ਸਿਰ ਨਾਏ। ਕਹਾਂ ਉਡੀਸੇ ਮੰਜਨ ਕੀਆ, ਮਸੀਤੈ ਸਿਰ ਨਾਏ। ਦਿਲ ਮਹਿ ਕਪਟ ਨਿਵਾਜ ਗੁਜ਼ਾਰੈ, ਕਿਆ ਹਜ ਕਾਬੈ ਜਾਏ। ਦਿਲ ਮਹਿ ਕਪਟ ਨਿਵਾਜ ਗੁਜ਼ਾਰੈ, ਕਿਆ ਹਜ ਕਾਬੈ ਜਾਏ। ਇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਸਾਨੂੰ ਕਬੀਰ ਜੀ ਸਮਝਾਉਂਦੇ ਆ, ਕਹਿੰਦੇ ਆ ਕਿ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲੈ ਮੁਕਾਮਾ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਭਾਈ ਹਰੀ ਦਾ ਨਿਵਾਸ ਦੱਖਣ ਦੇਸ਼ ਵਿੱਚ ਜਗਨਨਾਥਪੁਰੀ ਹੈ। ਇਹ ਹਿੰਦੂ ਆਖ ਰਿਹਾ ਹੈ, ਕਿਉਂਕਿ ਉਹਨੂੰ ਦੱਸਿਆ ਹੀ ਇਹ ਕੁਛ ਗਿਆ। ਉਹ ਕਹਿੰਦੇ ਆ ਵੀ ਹਰੀ ਹੈ ਜਿਹੜਾ, ਉਹ ਜਿਹੜਾ ਪਰਮਾਤਮਾ ਹੈ, ਜਿਹੜਾ ਅੱਲਾ ਹੈ, ਜਿਹੜਾ ਰਾਮ ਹੈ, ਉਸ ਦਾ ਨਿਵਾਸ ਦੱਖਣ ਦੇਸ਼ ਵਿੱਚ ਹੈ, ਜਗਨਨਾਥਪੁਰੀ 'ਚ ਉਹ ਰਹਿੰਦਾ। ਤੇ ਪਰ ਮੁਸਲਮਾਨ ਕੀ ਆਖ ਰਿਹਾ ਹੈ? ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ
ਅੱਲਾ ਮਕਾਮਾ। ਉਹ ਕਹਿੰਦਾ ਪੱਛਮ ਵਿੱਚ। ਮੁਸਲਮਾਨ ਆਖਦਾ ਕਿ ਖੁਦਾ ਦਾ ਘਰ ਪੱਛਮ ਵਾਲੇ ਵੱਲ ਹੈ, ਕਾਬੇ ਵਿੱਚ ਹੈ, ਉਹ ਕਾਬੇ ਵਿੱਚ ਰਹਿੰਦਾ, ਪੱਛਮ ਵਾਲੀ ਸਾਈਡ ਰਹਿੰਦਾ। ਪਰ ਹੁਣ ਸਾਨੂੰ ਗੁਰੂ ਜੀ ਇੱਥੇ ਸਾਰੀ ਗੱਲ ਕੀ ਨਿਬੇੜਦੇ ਹੈ, ਉਹ ਕਹਿੰਦੇ ਦਿਲ ਮੈਂ ਖੋਜ ਦਿਲੈ ਦਿਲ ਖੋਜੂ, ਇਹੀ ਠੌਰ ਮਕਾਮਾ। ਪਰ ਹੇ ਸੱਜਣ, ਹੇ ਮਨੁੱਖ, ਤੂੰ ਆਪਣੇ ਦਿਲ ਵਿੱਚ ਹੀ ਰੱਬ ਨੂੰ ਲੱਭ। ਉਹ ਤੇਰੇ ਦਿਲ ਦੇ ਅੰਦਰ ਹੈ, ਉਹ ਹਰ ਇੱਕ ਘਟ ਦੇ ਵਿੱਚ ਹੈ, ਹਰ ਇੱਕ ਹਿਰਦੇ ਦੇ ਵਿੱਚ ਹੈ। ਇਹ ਤੇਰਾ ਜਿਹੜਾ ਦਿਲ ਹੈ, ਇਹੀ ਉਹ ਪ੍ਰਭੂ ਪਰਮਾਤਮਾ ਦਾ ਨਿਵਾਸ ਹੈ। ਇਸ ਦਿਲ ਦੇ ਵਿੱਚ ਹੀ ਉਹ ਪਰਮਾਤਮਾ ਵਸ ਰਿਹਾ ਹੈ। ਗੁਰੂ ਜੀ ਕਹਿੰਦੇ, ਫਿਰ ਗੁਰੂ ਜੀ ਕਹਿੰਦੇ 11 ਮਾਸ ਪਾਸ ਕੈ ਰਾਖੈ, ਇੱਕ ਹੈ ਮਹਿ ਨਿਧਾਨਾ। ਹੁਣ ਕਹਿੰਦੇ ਜਿਹੜੇ ਬ੍ਰਾਹਮਣ ਹੈ, ਉਹ ਕਹਿੰਦੇ 24 ਇਕਾਦਸ਼ੀਆਂ ਦੇ ਵਰਤ ਰੱਖਣ ਲਈ ਆਖਦੇ ਆ। ਉਹ ਕਹਿੰਦੇ ਵੀ ਇਹ ਵਰਤ ਰੱਖ ਲਈਏ ਤਾਂ ਪਰਮਾਤਮਾ ਮਿਲ ਜਾਂਦਾ। 24 ਦਿਨ ਵਰਤ ਰੱਖੋ, ਇੱਕ ਮਹੀਨੇ ਵਿੱਚ ਉਹ ਵਰਤ ਪੂਰੇ ਹੋ ਜਾਂਦੇ ਆ। ਤੇ ਫਿਰ ਸਾਨੂੰ ਗੁਰੂ ਜੀ ਸਮਝਾਉਂਦੇ ਆ, ਉਹ ਕਹਿੰਦੇ 11 ਮਾਸ ਪਾਸ ਕੇ ਰੱਖ। ਜਿਹੜੇ 11 ਮਹੀਨੇ ਹੈ, ਉਹ ਇੱਕ ਪਾਸੇ ਰੱਖ ਤੋ, ਉਹਨਾਂ ਵਿੱਚ ਭਾਵੇਂ ਪ੍ਰਭੂ ਪਰਮਾਤਮਾ ਨੂੰ ਯਾਦ ਹੀ ਨਾ ਕਰੋ। ਬਸ ਇੱਕ 24 ਵਰਤ ਰੱਖਣ ਨਾਲ ਉਹ ਪਰਮਾਤਮਾ ਮਿਲ ਜਾਂਦਾ, ਤੇ 11 ਮਹੀਨੇ ਤੁਸੀਂ ਕੁਛ ਮਰਜ਼ੀ ਕਰੀ ਜਾਓ। ਕਿ 11 ਮਹੀਨੇ ਉਹਨੂੰ ਯਾਦ ਕਰਨ ਦੀ ਲੋੜ ਹੀ ਨਹੀਂ। ਬਸ ਇੱਕ ਮਹੀਨੇ ਵਰਤ ਰੱਖਣ ਨਾਲ ਹੀ ਲੱਭ ਜਾਂਦਾ ਪਰਮਾਤਮਾ, ਲੱਭ ਜਾਂਦਾ ਰਾਮ ਹਰੀ ਅੱਲਾ। ਕਿ ਉਹ ਇੱਕ ਮਹੀਨੇ 'ਚ ਵਰਤ ਰੱਖਣ ਨਾਲ ਹੀ ਪਾਇਆ ਜਾਂਦਾ। ਪਰ ਨਹੀਂ, ਕਬੀਰ ਜੀ ਸਮਝਾਉਂਦੇ ਆ, ਕਹਿੰਦੇ ਦਿਲ ਮੈਂ ਕਪਟ ਨਿਵਾਜ ਗੁਜ਼ਾਰੈ, ਕਿਆ ਹਜ ਕਾਬੈ ਜਾਏ। ਕਹਿੰਦੇ ਭਾਈ, ਜੇ ਦਿਲ ਦੇ ਵਿੱਚ ਛਲ ਕਪਟ ਹੈ, ਜੇ ਦਿਲ ਦੇ ਵਿੱਚ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਹੈ, ਕੀ ਉਹ ਪਾਠ ਕਰਨਾ, ਕੀ ਉਹ ਹੱਜ ਕਰਨਾ, ਕੀ ਉਹ ਕਾਬੇ ਜਾਣਾ। ਜੇ ਦਿਲ ਦੇ ਵਿੱਚ ਫਰੇਬ ਰੱਖ ਕੇ ਨਮਾਜ਼ ਪੜ੍ਹਨੀ ਹੈ, ਉਹਦਾ ਕੀ ਲਾਭ ਹੋਣਾ। ਜੇ ਦਿਲ ਦੇ ਵਿੱਚ ਫਰੇਬ ਰੱਖ ਕੇ ਅਸੀਂ ਪਾਠ ਕਰਨਾ, ਵਾਹਿਗੁਰੂ ਉਚਾਰੀਏ, ਰਾਮ ਕਹੀਏ, ਅੱਲਾ ਕਹੀਏ, ਉਹਦਾ ਕੋਈ ਫਾਇਦਾ ਨਹੀਂ। ਕਿਉਂਕਿ ਉਹ ਤਾਂ ਦਿਲ ਦੇ ਅੰਦਰ ਬੈਠਾ, ਉਹ ਤਾਂ ਸਾਡੇ ਖੁਦ ਦਿਲ ਦੇ ਵਿੱਚ ਬੈਠਾ ਹੈ। ਤੇ ਅਸੀਂ ਦਿਲ ਦੇ ਵਿੱਚ ਛਲ ਕਪਟ ਰੱਖੀਏ, ਜੀਭ ਨਾਲ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ, ਜਾਂ ਪੈਰਾਂ ਨਾਲ ਚੱਲ ਕੇ ਅਸੀਂ ਹੱਜ ਕਰੀਏ, ਕਾਬੇ ਜਾਈਏ, ਗੁਰਦੁਆਰਾ ਸਾਹਿਬ ਜਾਈਏ, ਮੰਦਰ ਜਾਈਏ, ਕਿਤੇ ਵੀ ਜਾਈਏ, ਜੇ ਸਾਡੇ ਦਿਲ ਅੰਦਰ ਛਲ ਕਪਟ ਹੈ, ਤਾਂ ਉਹ ਤਾਂ ਦਿਲ ਦੇ ਵਿੱਚ ਬੈਠਾ ਸਭ ਕੁਛ ਵੇਖ ਰਿਹਾ ਹੈ। ਇਹ ਬਾਹਰਲਾ ਦਿਖਾਵਾ ਅਸੀਂ ਦੁਨੀਆ ਵਾਸਤੇ ਕਰ ਸਕਦੇ ਹਾਂ, ਉਹ ਪ੍ਰਭੂ ਨੂੰ ਨਹੀਂ ਪਾ ਸਕਦੇ। ਕਬੀਰ ਜੀ ਇਹ ਇੱਥੇ ਸਾਨੂੰ ਇਹ ਸਮਝਾਉਣਾ ਕਰਦੇ ਆ, ਦਿਲ ਮੈਂ ਕਪਟ ਨਿਵਾਜ ਗੁਜ਼ਾਰੈ, ਕਿਆ ਹਜ ਕਾਬੈ ਜਾਏ। ਜੇ ਦਿਲ ਵਿੱਚ ਕਪਟ ਫਰੇਬ ਹੈ, ਤਾਂ ਕੀ ਨਮਾਜ਼ ਪੜ੍ਹਨ ਦਾ ਲਾਭ, ਤੇ ਨਾ ਹੀ ਕਾਬੇ ਜਾਣ ਦਾ, ਹੱਜ ਕਰਨ ਦਾ ਕੋਈ ਫਾਇਦਾ ਭਾਈ। ਤੇ ਉਦੋਂ ਗੁਰਦੁਆਰਾ ਸਾਹਿਬ ਬਣੇ ਨਹੀਂ ਸੀ। ਅੱਜ ਹੁਣ ਅਸੀਂ ਆਪ ਖੁਦ ਸਮਝ ਲਈਏ ਵੀ ਨਾ ਹੀ ਗੁਰਦੁਆਰਾ ਸਾਹਿਬ ਜਾਣ ਦਾ ਫਾਇਦਾ, ਇਹਦਾ ਵੀ ਕੋਈ ਫਾਇਦਾ ਨਹੀਂ। ਦਿਲ ਦੇ ਵਿੱਚ ਛਲ ਕਪਟ ਹੈ ਤਾਂ ਪਾਠ ਕਰਨ ਦਾ ਵੀ ਕੋਈ ਫਾਇਦਾ ਨਹੀਂ। ਕਿਉਂਕਿ ਉਹ ਤਾਂ ਸਾਡੇ ਅੰਦਰ ਨੂੰ ਵੇਖ ਰਿਹਾ ਹੈ, ਉਹ ਸਾਡੇ ਬਾਹਰਲੇ ਪਖੰਡਾਂ ਨੂੰ, ਬਾਹਰਲੇ ਪਹਿਰਾਵੇ 'ਤੇ ਨਹੀਂ ਰਿੱਝਦਾ। ਉਹ ਤਾਂ ਅੰਦਰੋਂ ਵੇਖਦਾ ਵੀ ਇਹ ਅੰਦਰੋਂ ਬੰਦਾ ਕਿੰਨਾ ਜੁੜਿਆ ਹੋਇਆ, ਅੰਦਰ ਇਹਨੂੰ ਕਿੰਨਾ ਰੱਬ ਦਾ ਡਰ ਹੈ, ਅੰਦਰ ਇਹਨੂੰ ਕਿੰਨਾ ਪ੍ਰਭੂ ਨਾਲ ਪਿਆਰ ਹੈ। ਏਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਹੇ ਮੇਰੇ ਅਕਾਲ ਪੁਰਖ, ਹੇ ਨਿਰੰਕਾਰ, ਹੇ ਪ੍ਰਭੂ, ਹੇ ਰਾਮ, ਹੇ ਅੱਲਾ। ਤੇਰੇ ਬੇਅੰਤ ਨਾਮ ਹੈ, ਪਰ ਤੂੰ ਇੱਕ ਹੈ ਸੱਚੇ ਪਿਤਾ ਜੀਓ। ਜਿਹੜੇ ਤੂੰ ਇਸਤਰੀਆਂ ਤੇ ਮਰਦ ਪੈਦਾ ਕੀਤੇ ਆ, ਇੱਥੇ ਔਰਤ ਮਰਦਾਂ ਸਾਜੇ, ਔਰਤ ਤੇ ਮਰਦਾਂ, ਇਸਤਰੀਆਂ ਤੇ ਪੁਰਖ, ਇਹ ਸਭ ਰੂਪ ਤੁਮਾਰੇ, ਹੇ ਮੇਰੇ ਪਰਮਾਤਮਾ, ਹੇ ਅਕਾਲ ਪੁਰਖ। ਜਿਹੜੀਆਂ ਤੂੰ ਇਸਤਰੀਆਂ ਮਰਦ ਤੂੰ ਪੈਦਾ ਕੀਤੇ ਆ, ਇਹ ਸਾਰੇ ਹੀ ਰੂਪ ਹਨ, ਤੇਰਾ ਹੀ ਰੂਪ ਹਨ ਵਾਹਿਗੁਰੂ। ਇਹਨਾਂ ਸਾਰਿਆਂ ਵਿੱਚ ਹੀ ਤੂੰ ਵਸਦਾ ਹੈ। ਹੇ ਸੱਚੇ ਪਿਤਾ, ਤੂੰ ਜੋ ਵੀ ਸ੍ਰਿਸ਼ਟੀ ਤੇ ਬਣਾਇਆ ਹੈ ਮੇਰੇ ਮਾਲਕਾ, ਜੋ ਵੀ ਤੂੰ ਪੈਦਾ ਕੀਤਾ ਹੈ, ਜੀਵ ਜੰਤੂ, ਕੁਛ ਵੀ ਅਸੀਂ ਵੇਖ ਰਹੇ ਹਾਂ,
ਇਹ ਮਿੱਟੀ ਦੇ ਜਰੇ ਜਰੇ ਵਿੱਚ ਵੀ ਤੂੰ ਵਸ ਰਿਹਾ ਹੈ ਸੱਚੇ ਪਿਤਾ ਜੀਓ। ਹਰ ਇੱਕ ਵਿੱਚ ਤੂੰ ਵਸ ਰਿਹਾ ਹੈ, ਹਰ ਇੱਕ ਤੇ ਤੇਰਾ ਹੁਕਮ ਚੱਲ ਰਿਹਾ ਹੈ। ਤੇਰੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਝੂਲ ਸਕਦਾ ਵਾਹਿਗੁਰੂ। ਤੂੰ ਹਰ ਇੱਕ ਵਿੱਚ ਹੈ ਸੱਚੇ ਪਿਤਾ। ਇਹ ਸਾਰੇ ਤੇਰੇ ਰੂਪ ਹੈ, ਸਾਰਿਆਂ ਵਿੱਚ ਤੂੰ ਹੀ ਵਸਦਾ ਹੈ। ਸਾਨੂੰ ਵਾਰ-ਵਾਰ ਇਹੀ ਗੁਰੂ ਜੀ ਸਮਝਾ ਰਹੇ ਆ ਕਿ ਭਾਈ ਉਹ ਪ੍ਰਭੂ ਪਰਮਾਤਮਾ ਹਰ ਇੱਕ ਹਿਰਦੇ ਵਿੱਚ ਹੈ, ਹਰ ਇੱਕ ਚੀਜ਼ ਵਿੱਚ ਹੈ। ਉਹਦੀ ਕੁਦਰਤ ਨਾਲ ਪਿਆਰ ਕਰਨਾ ਸਿੱਖ ਗਏ ਅਸੀਂ। ਉਹਦੇ ਬਣਾਏ ਹੋਏ ਜੀਵ ਜੰਤੂਆਂ ਨੂੰ ਦੇ ਵਿੱਚੋਂ ਉਸ ਪ੍ਰਭੂ ਪਰਮਾਤਮਾ ਨੂੰ ਵੇਖੀਏ। ਗੁਰੂ ਜੀ ਸਾਨੂੰ ਇਹ ਹੀ ਸਮਝਾਉਂਦੇ ਆ, ਜਿਵੇਂ 9ਵੇਂ ਪਾਤਸ਼ਾਹ ਜੀ ਸਮਝਾ ਰਹੇ ਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ। ਪੁਰਖ ਮਦ ਜਹ ਬਾਸ ਬਸਤ ਹੈ, ਮਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨਾ, ਮੀਟੇ ਨਾ ਭਰਮ ਕੀ ਕਾਈ। 9ਵੇਂ ਪਾਤਸ਼ਾਹ ਜੀ ਸਾਨੂੰ ਇਸ ਸ਼ਲੋਕ ਵਿੱਚ ਸਮਝਾਉਂਦੇ ਆ, ਕਾਹੇ ਰੇ ਬਨ ਖੋਜਨ ਜਾਈ। ਐ ਮਨੁੱਖ, ਤੂੰ ਕਿੱਥੇ ਬਾਹਰ ਜੰਗਲਾਂ ਵਿੱਚ ਉਸ ਪ੍ਰਭੂ ਪਰਮਾਤਮਾ ਨੂੰ ਲੱਭਣ ਜਾਂਦਾ? ਤੂੰ ਕਿੱਥੇ ਲੱਭਦਾ ਉਸ ਨੂੰ? ਉਹ ਕੋਈ ਬਾਹਰ ਤਾਂ ਨਹੀਂ ਬੈਠਾ ਪਰਮਾਤਮਾ। ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਹਰ ਇੱਕ ਦੇ ਅੰਦਰ ਹੈ ਪਰਮਾਤਮਾ, ਸਾਰਿਆਂ ਵਿੱਚ ਉਹਦਾ ਨਿਵਾਸ ਹੈ, ਸਦਾ ਅਲੇਪਾ। ਪਰ ਉਹ ਅਲੱਗ ਵੀ ਹੈ ਵਾਹਿਗੁਰੂ। ਉਹ ਸੱਚੇ ਪਿਤਾ ਪਰਮਾਤਮਾ ਨੂੰ ਹਰ ਇੱਕ ਦੇ ਵਿੱਚ ਵੇਖ, ਕਿਉਂਕਿ ਉਹ ਸਾਰਿਆਂ ਦੇ ਵਿੱਚ ਉਹ ਬੈਠਾ ਹੈ, ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਪੁਖਰ ਮਦ ਮੈਂ ਜਿਉਂ ਬਾਸ ਬਸਤ ਹੈ, ਮੁਕਰ ਮੈਂ ਜੈਸੇ ਛਾਈ। ਕਹਿੰਦੇ ਭਾਈ ਪੁਖਰ ਫੁੱਲ ਵਿੱਚ ਜਿਵੇਂ ਸੁਗੰਧੀ ਵਸਦੀ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਮੌਜੂਦ ਹੁੰਦੀ ਹੈ ਨਾ, ਪਰ ਉਹ ਸਾਨੂੰ ਵੇਖਣ 'ਚ ਫੁੱਲ ਤੋਂ ਅਲੱਗ ਨਹੀਂ ਦਿਸਦੀ, ਉਹ ਮਹਿਸੂਸ ਹੁੰਦੀ ਹੈ ਸਾਨੂੰ। ਜਿਵੇਂ ਤੂੰ ਸ਼ੀਸ਼ੇ ਦੇ ਮੂਹਰੇ ਖੜ੍ਹ ਗਈ, ਮਕਰ ਮੈਂ ਜੈਸੇ ਛਾਈ, ਸ਼ੀਸ਼ੇ ਵਿੱਚ ਵੇਖਣ ਨੂੰ ਤੈਨੂੰ ਆਪਣਾ ਮੁੱਖ ਦਿਸ ਜਾਂਦਾ। ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਐ ਮਨੁੱਖ, ਐ ਭਾਈ, ਐ ਸੱਜਣ, ਐ ਮਿੱਤਰ ਪਿਆਰੇ, ਤੂੰ ਉਹਨੂੰ ਆਪਣੇ ਅੰਦਰ ਹੀ ਖੋਜ, ਉਹਨੂੰ ਆਪਣੇ ਅੰਦਰ ਹੀ ਵਸਦਾ ਦੇਖ ਭਾਈ। ਆਪਣੇ ਅੰਦਰ ਹੀ ਪ੍ਰਭੂ ਪਰਮਾਤਮਾ ਹੈ, ਤੈਨੂੰ ਕਿਤੇ ਬਾਹਰ ਜਾ ਕੇ ਉਹਨੂੰ ਲੱਭਣ ਦੀ ਜ਼ਰੂਰਤ ਨਹੀਂ। ਜਿਵੇਂ ਇੱਕ ਤਰ੍ਹਾਂ ਇੱਕ ਜਗ੍ਹਾ ਤੇ ਪਾਣੀ ਕਾਫੀ ਦੇਰ ਖੜਾ ਰਹਿੰਦਾ ਨਾ, ਤੇ ਉਹਦੇ ਤੇ ਜਾਲਾ ਬਣ ਜਾਂਦਾ। ਜਿਵੇਂ ਧਰਤੀ ਤੇ ਅਸੀਂ ਵੇਖਦੇ ਹਾਂ ਨਾ, ਪਾਣੀ ਜ਼ਿਆਦਾ ਦੇਰ ਵਾਸਤੇ ਖੜ ਜੇ ਤੇ ਉਹਦੇ ਤੇ ਜਾਲਾ ਬਣ ਜਾਂਦਾ, ਫਿਰ ਉਹ ਧਰਤੀ ਵਿੱਚ ਨਹੀਂ ਸਮਾਉਂਦਾ। ਇਸੇ ਤਰ੍ਹਾਂ ਸਾਡੇ ਮਨ ਦੇ ਉੱਤੇ ਗੁਰੂ ਜੀ ਕਹਿੰਦੇ ਭਾਈ ਤੁਹਾਡੇ ਮਨਾਂ ਦੇ ਉੱਤੇ ਵਿਕਾਰਾਂ ਦੇ ਜਾਲੇ ਬਣੇ ਹੋਏ ਹੈ। ਸੰਗਤ ਜੀ, ਆਪਣੇ ਮਨਾਂ ਦੇ ਉੱਤੇ ਵਿਕਾਰਾਂ ਦੇ ਜਾਲੇ ਬਣੇ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ। ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਦੀ ਮੈਲ ਸਾਡੇ ਸਰੀਰ ਨੂੰ ਚੁੰਬੜੀ ਪਈ ਹੈ। ਉਹ ਪ੍ਰਭੂ ਪਰਮਾਤਮਾ ਮਿਹਰ ਕਰੇ, ਸਾਨੂੰ ਗੁਰਬਾਣੀ ਪੜ੍ਹ ਕੇ ਸਮਝ ਆ ਜੇ ਸੱਚੇ ਪਿਤਾ, ਤਾਂ ਹੀ ਸਾਡੇ ਇਹ ਜਿਵੇਂ ਵਿਕਾਰਾਂ ਦੇ ਜਾਲੇ ਬਣੇ ਆ ਸਾਡੇ ਮਨਾਂ ਦੇ ਉੱਤੇ, ਜਿਵੇਂ ਪਾਣੀ ਤੇ ਜਾਲੇ ਬਣੇ ਆ, ਫੇਰ ਹੀ ਭਾਈ ਇਹ ਜਾਲੇ ਸਾਫ਼ ਹੋ ਸਕਦੇ ਆ। ਆਪਾਂ ਸਾਰੇ ਰਲ ਕੇ ਉਹ ਵਾਹਿਗੁਰੂ ਅੱਗੇ ਅਰਦਾਸਾਂ ਕਰਨੀਆਂ, ਤਰਲੇ ਪਾਉਣੇ ਆ, ਮਿੰਨਤਾਂ ਕਰਨੀਆਂ, ਹੇ ਵਾਹਿਗੁਰੂ ਮਿਹਰ ਕਰੋ, ਸਾਨੂੰ ਬਾਣੀ ਪੜ੍ਹ ਕੇ ਸਮਝ ਆ ਜੇ ਸੱਚੇ ਪਿਤਾ ਜੀਓ, ਤਾਂ ਹੀ ਸਾਡੇ ਇਹ ਜਾਲੇ, ਵਿਕਾਰਾਂ ਦੇ ਜਾਲੇ ਦੂਰ ਹੋ ਸਕਦੇ ਆ ਸੱਚੇ ਪਿਤਾ। ਅਸੀਂ ਖੁਦ ਕੁਛ ਨਹੀਂ ਕਰ ਸਕਦੇ ਵਾਹਿਗੁਰੂ, ਤੇਰੀ ਹੀ ਮਿਹਰ ਦੇ ਸਦਕਾ ਸਭ ਕੁਛ ਹੋਣਾ ਸੱਚੇ ਪਿਤਾ, ਮਿਹਰ ਕਰ ਦਿਆ ਕਰ। ਗੁਰੂ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਉਹ ਜਾਲੇ ਦੇ ਵਿੱਚ ਦੀ ਫਿਰ ਆਪਦਾ ਮੂੰਹ ਨਹੀਂ ਦਿਸਦਾ, ਪਾਣੀ ਵਿੱਚ ਨਹੀਂ ਦਿਸਦਾ, ਉਹ ਜਾਲਾ ਹੀ ਦਿਸਦਾ।
ਇਸੇ ਤਰ੍ਹਾਂ ਸਾਨੂੰ ਪ੍ਰਭੂ ਪਰਮਾਤਮਾ ਆਪਣੇ ਅੰਦਰ ਨਹੀਂ ਦਿਸ ਰਿਹਾ। ਅਸੀਂ ਬਾਹਰ ਭੱਜਦੇ ਹਾਂ, ਅਸੀਂ ਬਾਹਰ ਭੱਜ ਕੇ ਤੀਰਥਾਂ 'ਤੇ ਇਸ਼ਨਾਨ ਕਰਦੇ ਹਾਂ। ਸ਼ਾਇਦ ਸਾਡਾ ਇੱਥੇ ਜਾ ਕੇ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ, ਸਾਨੂੰ ਜ਼ਿੰਦਗੀ ਦੇ ਵਿੱਚ ਸੁੱਖ ਮਿਲਣਗੇ। ਪਰ ਉਹ ਕਹਿੰਦੇ ਭਾਈ ਉਹ ਤਾਂ ਤੁਹਾਡੇ ਅੰਦਰ ਬੈਠਾ, ਬਾਹਰ ਭੱਜਣ ਦੀ ਤਾਂ ਜ਼ਰੂਰਤ ਹੀ ਨਹੀਂ। ਆਪਣੇ ਅੰਦਰ ਖੋਜੋ। ਅੰਦਰ ਸੰਗਤ ਜੀ ਅਸੀਂ ਕਿਵੇਂ ਖੋਜਾਂਗੇ? ਜਿੰਨੀ ਦੇਰ ਅਸੀਂ ਖੁਦ ਗੁਰਬਾਣੀ ਪੜ੍ਹ ਕੇ ਸਮਝਾਂਗੇ ਨਹੀਂ ਨਾ, ਵਿਚਾਰਾਂ ਨਹੀਂ ਕਰਾਂਗੇ, ਸਾਨੂੰ ਖੋਜਣ ਦਾ ਨਹੀਂ ਪਤਾ ਲੱਗਣਾ। ਸਾਨੂੰ ਗੁਰਬਾਣੀ ਖੁਦ ਆਪ ਨੂੰ ਪੜ੍ਹਨੀ ਪੈਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਲੈ ਕੇ ਸਾਨੂੰ ਪੜ੍ਹਨਾ ਪੈਣਾ ਹੈ। ਉਹਨਾਂ ਦੇ ਅਰਥਾਂ ਸਮੇਤ ਅਸੀਂ ਗੁਰਬਾਣੀ ਪੜ੍ਹੀਏ, ਸਮਝੀਏ ਅਤੇ ਆਪਣੇ ਅੰਦਰ ਵਿਚਾਰਾਂ ਕਰੀਏ ਵੀ ਗੁਰੂ ਜੀ ਸਾਨੂੰ ਕੀ ਕਹਿ ਰਹੇ ਹੈ। ਅਸੀਂ ਤਾਂ ਇੱਥੇ ਹੁਣ ਜਾਤਾਂ ਪਾਤਾਂ 'ਚ ਪੈ ਗਏ। ਅਸੀਂ ਤਾਂ ਗੁਰਦੁਆਰੇ ਸਾਹਿਬ ਵੀ ਵੰਡ ਕੇ ਬਹਿ ਗਏ। ਪਰ ਗੁਰੂ ਜੀ ਕਹਿੰਦੇ ਅਵਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਸੀਂ ਹੁਣ ਕੋਈ ਗੁਰੂ ਜੀ ਦੀ ਗੱਲ ਮੰਨਦੇ? ਗੁਰੂ ਜੀ ਤਾਂ ਕਹਿੰਦੇ ਤੁਸੀਂ ਭਾਈ ਸਭ ਇੱਕ ਥਾਂ ਤੋਂ ਆਏ ਹੈ, ਤੁਸੀਂ ਤਾਂ ਸਭ ਭੈਣ ਭਰਾ ਹੈ, ਤੁਸੀਂ ਪਿਆਰ ਨਾਲ ਇੱਕ ਦੂਜੇ ਨਾਲ ਰਹਿਣਾ। ਅਸੀਂ ਕੋਈ ਵੀ ਗੁਰੂ ਦੀ ਗੱਲ ਨਹੀਂ ਮੰਨਦੇ, ਤਾਂ ਹੀ ਸਾਡੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਵਸਿਆ ਸਾਨੂੰ ਦਿਸ ਨਹੀਂ ਰਿਹਾ। ਸਾਨੂੰ ਗੁਰੂ ਜੀ ਸਮਝਾ ਰਹੇ ਆ ਭਾਈ ਉਹ ਪ੍ਰਭੂ ਪਰਮਾਤਮਾ ਨੂੰ ਆਪਣੇ ਅੰਦਰ ਵੇਖੋ। ਤੁਸੀਂ ਉਹ ਤੁਹਾਡੇ ਅੰਦਰ ਹੀ ਬੈਠਾ ਹੈ, ਉਹਨੂੰ ਅੰਦਰ ਹੀ ਜਾਣੋ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤਹਿ ਭਜ ਮਨਾ, ਭਉ ਨਿਧ ਉਤਰੈ ਪਾਰ। ਕਹੋ ਨਾਨਕ ਤਹਿ ਭਜ ਮਨਾ, ਭਉ ਨਿਧ ਉਤਰੈ ਪਾਰ। ਗੁਰੂ ਜੀ ਕਹਿੰਦੇ ਹੇ ਮੇਰੇ ਮਨ, ਆਪਾਂ ਨੂੰ ਸਮਝਾ ਰਹੇ ਹੈ। ਅਸੀਂ ਕਹਿਣਾ ਹੇ ਮੇਰੇ ਮਨ, ਉਸ ਦੀ ਬੰਦਗੀ ਕਰ, ਉਸ ਨੂੰ ਸਿਮਰ, ਉਸ ਨੂੰ ਭਜ, ਉਸ ਨੂੰ ਜਪ, ਤੇ ਫਿਰ ਤੂੰ ਇਸ ਡਰਾਵਨੇ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਂਗਾ। ਡਰਾਵਨੇ ਭਾਵ ਸਾਗਰ ਤੋਂ ਪਾਰ ਹੋ ਜਾਵੇਂਗਾ ਜਦੋਂ ਇੱਕ ਦੇ ਨਾਲ ਜੁੜੇਗਾ, ਇੱਕ ਨੂੰ ਜਪੇਗਾ। ਉਹ ਇੱਕ ਦੀ ਸ਼ਲਾਘਾ ਕਰੇਗਾ, ਇੱਕ ਦੀ ਉਪਮਾ ਕਰੇਗਾ, ਤਾਂ ਭਾਈ ਤੂੰ ਸੌਖਾ ਇਸ ਭਵ ਸਾਗਰ ਤੋਂ ਪਾਰ ਲੰਘ ਜਾਏਗਾ। ਉਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਸਾਰਿਆਂ ਦੇ ਪਰਦੇ ਢੱਕਦੇ ਹੈ, ਜੋ ਸਾਰਿਆਂ ਦੀ ਬਾਂਹ ਫੜਦੇ ਆ, ਸੱਚੇ ਪਿਤਾ, ਉਹਨਾਂ ਦੇ ਉਚਾਰੇ ਹੋਏ ਸ਼ਬਦ, ਉਚਾਰੇ ਹੋਏ ਸਲੋਕ ਅਸੀਂ ਧਿਆਨ ਨਾਲ ਪੜ੍ਹੀਏ, ਆਪਣੇ ਹਿਰਦਿਆਂ ਵਿੱਚ ਵਸਾਈਏ। ਸੰਗਤ ਜੀ ਕਿੰਨੀ ਗੁਰੂ ਜੀ ਸਾਹਿਬਾਨ ਸਾਡੇ ਤੇ ਕਿਰਪਾ ਕਰਕੇ ਗਏ ਹੈ। ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਸਾਨੂੰ ਨੇੜੇ ਹੋਣ ਦਾ ਵੱਲ ਦੱਸ ਕੇ ਗਏ ਹੈ। ਉਸ ਰਾਮ ਨੂੰ ਪਾਉਣ ਦਾ ਢੰਗ ਤਰੀਕਾ ਦੱਸ ਕੇ ਗਏ ਹੈ। ਵਾਹਿਗੁਰੂ ਵਾਹਿਗੁਰੂ। ਅੱਗੇ ਗੁਰੂ ਜੀ ਕੀ ਸਮਝਾ ਰਹੇ ਹੈ? ਸੁਖ ਦੁਖ ਜਹ ਪਰਸੇ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਗੁਰੂ ਜੀ ਕਹਿੰਦੇ ਭਾਈ ਜਿਸ ਮਨੁੱਖ ਨੂੰ ਸੁੱਖ ਜਾਂ ਦੁੱਖ ਪਾਉਂਦਾ ਨਹੀਂ, ਜਿਸ ਦੇ ਨੇੜੇ ਲੋਭ ਨਹੀਂ ਆਉਂਦਾ, ਜੋ ਜ਼ਿਆਦਾ ਸੁੱਖ ਹੋਵੇ, ਜਿਹਨੂੰ ਖੁਸ਼ੀ ਦੇ ਦਿਨ ਆਉਣ, ਉਹ ਜ਼ਿਆਦਾ ਖੁਸ਼ੀ ਵਿੱਚ ਆ ਕੇ ਵੀ ਉਸ ਪ੍ਰਭੂ ਪਰਮਾਤਮਾ ਨੂੰ ਨਹੀਂ ਭੁੱਲਦਾ। ਤੇ ਜੇ ਕੋਈ ਦੁੱਖ ਆ ਜੇ ਤਾਂ ਦੁੱਖ ਵਿੱਚ ਵੀ ਉਹ ਉਸ ਨੂੰ ਨਹੀਂ ਭੁੱਲਦਾ, ਉਸ ਨੂੰ ਲਾਂਭੇ ਨਹੀਂ ਦਿੰਦਾ। ਦੁੱਖ ਵਿੱਚ ਵੀ ਉਹ ਉਹਦਾ ਸੱਤ ਕਰਕੇ ਭਾਣਾ ਮੰਨਦਾ, ਸੱਤ ਸੱਤ ਕਰਕੇ ਮੰਨਦਾ। ਕਹਿੰਦੇ ਉਹ ਭਾਈ ਪ੍ਰਭੂ ਪਰਮਾਤਮਾ ਦੇ ਨੇੜੇ ਸਮਝੋ, ਉਹਨੂੰ ਪਰਮਾਤਮਾ ਦੀ ਮੂਰਤ ਹੀ ਜਾਣੋ। ਉਸਤਤ ਨਿੰਦਾ ਨਾਹੀ ਜੈ ਕੰਚਨ ਲੋ ਸਮਾਨ।
ਜਿਹੜੇ ਬੰਦੇ ਨੂੰ ਆਪਣੀ ਨਿੰਦਿਆ ਦਾ ਵੀ ਕੋਈ ਅਸਰ ਨਹੀਂ, ਬੇਸ਼ੱਕ ਉਹਨੂੰ 20 ਬੰਦੇ ਨਿੰਦ ਰਹੇ ਆ, ਉਹਨੂੰ ਕੋਈ ਪਰਵਾਹ ਨਹੀਂ, ਤੇ ਉਸ ਨੂੰ ਲੱਗਦਾ ਹੈ ਵਾਹਿਗੁਰੂ ਜੇ ਮੈਂ ਕੋਈ ਗਲਤੀ ਕੀਤੀ ਹੋਊਗੀ ਤਾਂ ਹੀ ਇਹ ਮੈਨੂੰ ਕਹਿ ਰਹੇ ਆ, ਇਹਨਾਂ ਅੰਦਰ ਵੀ ਤੂੰ ਵਸ ਰਿਹਾ ਸੱਚੇ ਪਿਤਾ। ਹੇ ਵਾਹਿਗੁਰੂ, ਤਾਂ ਹੀ ਮੈਨੂੰ ਇਹ ਕਹਿ ਰਹੇ ਆ ਨਾ ਕੁਛ, ਤਾਂ ਹੀ ਇਹ ਨਿੰਦਿਆ ਕਰ ਰਹੇ ਆ ਪਰਮਾਤਮਾ। ਮੈਨੂੰ ਆਪਣੀ ਗਲਤੀ ਕੱਢਣ ਦਾ ਵੱਲ ਦੱਸੋ ਸੱਚੇ ਪਿਤਾ ਜੀਓ। ਉਹਨੂੰ ਇਹ ਮਨ ਦੇ ਵਿੱਚ ਆਉਣ ਲੱਗ ਜਾਂਦਾ, ਉਹਨੂੰ ਕੋਈ ਗੁੱਸਾ ਨਹੀਂ ਆਉਂਦਾ ਵੀ ਮੇਰੀ ਕੋਈ ਨਿੰਦਿਆ ਕਰਦਾ, ਉਹਨੂੰ ਐਂ ਲੱਗਦਾ ਵੀ ਕਿਤੇ ਗਲਤੀ ਹੋਈ ਹੋਊਗੀ ਤਾਂ ਹੀ ਇਹ ਕਹਿ ਰਹੇ ਆ। ਉਹ ਅਰਦਾਸਾਂ ਕਰਦਾ, ਵਾਹਿਗੁਰੂ ਅੱਗੇ ਤੋਂ ਜੋ ਮੇਥੋਂ ਗਲਤੀ ਹੋਈ ਹੈ ਅੱਗੇ ਤੋਂ ਨਾ ਹੋਵੇ, ਗੁੱਸਾ ਕਰਨ ਦੀ ਬਜਾਏ। ਤੇ ਜੇ ਕੋਈ ਉਹਦੀ ਉਸਤਤ ਵੀ ਕਰ ਰਿਹਾ ਹੋਵੇ ਤੇ ਉਹ ਕਹਿੰਦੇ ਆ, ਉਹ ਸੋਚਦਾ ਹੈ ਵਾਹਿਗੁਰੂ ਜੋ ਕੰਮ ਤੁਸੀਂ ਕਰਵਾ ਰਹੇ ਆ ਉਹਨਾਂ ਦੀ ਉਸਤਤ ਹੁੰਦੀ ਹੈ ਪਰਮਾਤਮਾ, ਇਸ ਸਰੀਰ ਦੀ ਕੀ ਉਸਤਤ ਹੋਣੀ ਹੈ ਜਿਹਦਾ ਤਾਂ ਪਤਾ ਹੀ ਨਹੀਂ ਇਸ ਮਨ ਨੇ। ਹੁਣ ਇਹਦੇ 'ਚ ਕੀ ਵਿਚਾਰਾਂ ਚੱਲਦੀਆਂ, ਥੋੜ੍ਹੀ ਦੇਰ ਤੱਕ ਕੀ ਇਹਦੇ 'ਚ ਵਿਚਾਰਾਂ ਆ ਜਾਣਗੀਆਂ, ਇਹਦੇ ਤਾਂ ਕੋਈ ਭਰੋਸਾ ਨਹੀਂ ਵਾਹਿਗੁਰੂ। ਕੋਈ ਤੁਸੀਂ ਹੀ ਇਸ ਸਰੀਰ ਤੋਂ ਚੰਗਾ ਕੰਮ ਕਰਾਇਆ ਹੋਣਾ, ਤੁਸੀਂ ਖੁਦ ਆਪ ਵਿੱਚ ਵਸ ਕੇ ਵਾਹਿਗੁਰੂ ਇਹ ਤੁਹਾਡੀਆਂ ਉਸਤਤਾਂ ਹੋ ਰਹੀਆਂ ਸੱਚੇ ਪਾਤਸ਼ਾਹ। ਕਿਉਂਕਿ ਮਨ ਤੇ ਤਾਂ ਅਸੀਂ ਆਪਦੇ ਤੇ ਸਾਨੂੰ ਤਾਂ ਵਿਸ਼ਵਾਸ ਹੈ ਹੀ ਨਹੀਂ। ਮਨ ਲੋਭੀ, ਮਨ ਲਾਲਚੀ, ਮਨ ਖੋਟਾ ਤਾਂ ਮਨ ਚੋਰ, ਇਹ ਮਨ ਦਾ ਤਾਂ ਪਤਾ ਹੀ ਨਹੀਂ ਇਸ ਮਨ ਦੇ ਵਿੱਚ ਕਦੋਂ ਲੋਭ ਆ ਜੇ, ਕਦੋਂ ਲਾਲਚ ਆ ਜੇ, ਕਦੋਂ ਇਹ ਖੋਟਾ ਹੋ ਜੇ, ਕਦੋਂ ਮਨ ਵਿੱਚ ਚੋਰੀ ਕਰਨ ਦੇ ਫੁਰਨੇ ਬਣ ਜਾਣ। ਹੇ ਵਾਹਿਗੁਰੂ ਇਹ ਤੇਰੀ ਹੀ ਉਸਤਤ ਹੋ ਰਹੀ ਹੈ ਸੱਚੇ ਪਿਤਾ ਜੀਓ, ਤੁਸੀਂ ਹੀ ਕੋਈ ਚੰਗਾ ਕੰਮ ਕਰਵਾਇਆ ਹੋਣਾ ਇਸ ਆਪਦੇ ਬਣਾਏ ਹੋਏ ਪੁਤਲੇ ਤੋਂ ਵਾਹਿਗੁਰੂ, ਤਾਂ ਇਹ ਤੁਹਾਡੀਆਂ ਹੀ ਉਸਤਤਾਂ ਸੱਚੇ ਪਿਤਾ। ਉਸ ਵਾਹਿਗੁਰੂ ਪਰਮਾਤਮਾ ਦੀ ਉਸਤਤ ਸਮਝਦਾ, ਉਸਤਤ ਸੁਣ ਕੇ ਫੁੱਲ ਕੇ ਵੀ ਨਹੀਂ ਸਮਾਉਂਦਾ। ਉਹ ਕਹਿੰਦਾ ਹੇ ਵਾਹਿਗੁਰੂ ਕਹੋ ਨਾਨਕ ਹਮ ਨੀਚ ਕਰਮਾ, ਹੇ ਸੱਚੇ ਪਾਤਸ਼ਾਹ ਮੈਂ ਨੀਚ, ਮੇਰੀ ਕੀ ਪਾਇਆ ਕੋਈ ਮੇਰੀ ਉਸਤਤ ਕਰ ਦੇਵੇ, ਕੋਈ ਮੈਨੂੰ ਸਲਾਹ ਦੇਵੇ, ਕਿਉਂਕਿ ਮੈਂ ਤਾਂ ਨੀਚ ਕਰਮ ਕਰਨ ਵਾਲਾ ਇੱਕ ਪੁਤਲਾ ਹਾਂ ਵਾਹਿਗੁਰੂ, ਭੁੱਲਣਹਾਰ ਹਾਂ, ਕਲਯੁਗੀ ਜੀਵ ਹਾਂ ਸੱਚੇ ਪਿਤਾ। ਇਹ ਉਸਤਤਾਂ ਤੇਰੀਆਂ ਹੀ ਹੁੰਦੀਆਂ। ਜੇ ਕੋਈ 4 ਬੰਦੇ ਉਹਦੀ ਸਿਫਤ ਕਰਦੇ ਆ ਤਾਂ ਉਹ ਕਹਿੰਦੇ ਆ ਹੇ ਵਾਹਿਗੁਰੂ ਇਹ ਤੇਰੀ ਸਿਫਤ ਹੋ ਰਹੀ ਹੈ। ਜੇ ਕੋਈ ਨਿੰਦਿਆ ਕਰਦਾ ਤਾਂ ਉਹ ਦਿਮਾਗ ਵਿੱਚ ਉਹਦੇ ਉਹ ਪਰਮਾਤਮਾ ਹੀ ਇਹ ਫੁਰਨੇ ਬਣਾਉਂਦਾ, ਹੇ ਵਾਹਿਗੁਰੂ ਮੇਰੀ ਕੋਈ ਗਲਤੀ ਹੋਊਗੀ ਕਿ ਕੋਈ, ਤਾਂ ਹੀ ਮੇਰੀ ਨਿੰਦਿਆ ਹੋ ਰਹੀ ਹੈ ਸੱਚੇ ਪਾਤਸ਼ਾਹ। ਪਰ ਹੇ ਵਾਹਿਗੁਰੂ ਮੇਰੀ ਨਿੰਦਿਆ ਹੋਵੇ, ਮੇਰੀ ਉਸਤਤ ਹੋਵੇ, ਮੈਨੂੰ ਕੋਈ ਪਰਵਾਹ ਨਹੀਂ ਸੱਚੇ ਪਾਤਸ਼ਾਹ, ਪਰ ਤੂੰ ਮੇਰੀ ਬਾਂਹ ਫੜੀ ਰੱਖੀ ਵਾਹਿਗੁਰੂ, ਮੈਂ ਤੇਰੇ ਨੇੜੇ ਵਸ ਰਹਾ ਸੱਚੇ ਪਾਤਸ਼ਾਹ ਜੀਓ। ਮੈਂ ਤੈਨੂੰ ਹਰ ਟਾਈਮ ਆਪਣੇ ਅੰਦਰ ਵੇਖਾਂ ਵਾਹਿਗੁਰੂ, ਮੈਂ ਹਰ ਟਾਈਮ ਤੇਰੇ ਗੁਣ ਗਾਉਂਦਾ ਰਹਾ ਸੱਚੇ ਪਾਤਸ਼ਾਹ। ਉਹ ਇਹ ਹੀ ਅਰਦਾਸਾਂ ਕਰਦਾ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸ਼ਬਦ ਤੇ ਵਿਚਾਰ ਕਰਦਿਆਂ, ਗੁਰਬਾਣੀ ਪੜ੍ਹਦਿਆਂ, ਭੁੱਲਣਹਾਰ ਹਾਂ, ਅਣਜਾਣ ਹਾਂ, ਬਹੁਤ ਗਲਤੀਆਂ ਹੋ ਜਾਂਦੀਆਂ। ਗੁਰੂ ਤੇ ਸੰਗਤ ਬਖਸ਼ਣ ਦੇ ਯੋਗ ਹੈ ਜੀ, ਆਪ ਬਖਸ਼ ਲੈਣਾ। ਜੇ ਕੋਈ ਗਲਤੀ ਹੋਵੇ ਤਾਂ ਜ਼ਰੂਰ ਦੱਸਣਾ ਸਾਧ ਸੰਗਤ ਜੀ, ਕਿਉਂਕਿ ਆਪਾਂ ਕਿਹੜਾ ਕਿਤੋਂ ਸਿੱਖਿਆ, ਘਰੇ ਹੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹਜੇ ਗੁਰਬਾਣੀ ਪੜ੍ਹਨੀ ਸਿੱਖ ਰਹੇ ਹਾਂ, ਵਾਹਿਗੁਰੂ ਦੀਆਂ ਉਸਤਤਾਂ ਕਰਨੀਆਂ ਸਿੱਖ ਰਹੇ ਹਾਂ, ਜੋ ਕਿ ਆਪਾਂ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਸਿੱਖਣਾ ਸੰਗਤ ਜੀ। ਸੋ ਆਓ ਉਹ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਹੇ ਵਾਹਿਗੁਰੂ ਸਾਨੂੰ ਪੜ੍ਹਨਾ ਆ ਜੇ ਸੱਚੇ ਪਿਤਾ, ਸਾਨੂੰ ਸੁਣਨਾ ਆ ਜੇ ਵਾਹਿਗੁਰੂ, ਸੁਣ ਕੇ ਜ਼ਿੰਦਗੀ ਤੇ ਲਾਗੂ ਕਰਨਾ ਆ ਜੇ ਸੱਚੇ ਪਿਤਾ ਜੀਓ। ਮਿਹਰ ਕਰੋ, ਮਿਹਰ ਕਰੋ, ਮਿਹਰਾਂ ਦੇ ਦਾਤੇ ਆਪਣੇ ਚਰਨਾਂ ਨਾਲ ਲਾਈ ਰੱਖੋ ਸੱਚੇ ਪਿਤਾ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
कोई अबर न तेरी पाते, अबर न तेरी पाते।